ਮੈਂ ਉਸ ਟਾਈਮ ਭੋਜੀਆ ਡੈਂਟਲ ਕਾਲਜ ਵਿੱਚ ਜੁਆਇਨ ਕੀਤਾ ਸੀ। ਡਾਕਟਰ ਪੁਨੀਤ ਉੱਥੇ ਪੜ੍ਹਾਉਂਦੇ ਸੀ ਤੇ ਸਾਨੂੰ ਮਿਲਾਨ ਵਾਲੇ ਡਾਕਟਰ ਪੁਨੀਤ ਹੀ ਹੈਗੇ ਨੇ। ਗੁਰੂ ਜੀ ਭੋਜੀਆ ਡੈਂਟਲ ਕਾਲਜ ਵਿੱਚ ਆਏ ਹੋਏ ਸਨ ਤੇ ਉੱਥੇ ਦੇ ਜਿਹੜੇ ਮਾਲਕ ਸਨ ਉਹਨਾਂ ਨੇ ਮੇਰੇ ਮਾਤਾ ਪਿਤਾ ਜੀ ਨੂੰ ਬੁਲਾਇਆ ਸੀ। ਮੈਂ ਤਾਂ ਐਜ਼ ਅ ਡਰਾਈਵਰ ਹੀ ਗਿਆ ਸੀ। ਉੱਥੇ ਗਿਆ, ਲਾਈਨ ਲੱਗੀ ਹੋਈ ਸੀ। ਮੈਂ ਦੇਖਿਆ ਗੁਰੂ ਜੀ ਮਹਾਰਾਜ ਇੱਕ ਮਰਸੀਡੀਜ਼ ਗੱਡੀ 'ਚ ਆਏ ਹੈ, ਬੜੇ ਸੋਹਣੇ-ਸੋਹਣੇ ਕੱਪੜੇ ਪਾਏ ਹੋਏ ਆ ਤੇ ਮੇਰਾ ਪਹਿਲਾ ਇੰਪ੍ਰੈਸ਼ਨ ਸੀ ਕਿ ਵਾਹ! ਸਹੀ ਗੱਲ ਹੈ, ਬਾਬਿਆਂ ਦੀ ਮਰਸੀਡੀਜ਼ 'ਚ ਆਉਂਦੇ ਨੇ, ਵੱਡੇ-ਵੱਡੇ ਕੱਪੜੇ ਸੋਹਣੇ-ਸੋਹਣੇ, ਸਹੀ ਹੈ। ਤਾਂ ਮੈਂ ਬਿਲਕੁਲ ਵੀ ਨਹੀਂ ਇੱਧਰ-ਉੱਧਰ ਹੋਇਆ, ਮੈਂ ਐਵੇਂ ਹੀ ਖੜਾ ਰਿਹਾ। ਤਾਂ ਮੇਰੇ ਮੰਮਾ ਪਾਪਾ ਜੀ ਉਹਨਾਂ ਲਾਈਨ ਵਿੱਚ ਲੱਗ ਗਏ ਤੇ ਗੁਰੂ ਜੀ ਮਹਾਰਾਜ ਪ੍ਰਸ਼ਾਦ ਦੇਣਾ ਸ਼ੁਰੂ। ਜਿਵੇਂ ਹਰ ਮਾਂ ਆਪਣੇ ਬੱਚੇ ਨੂੰ ਕਹਿੰਦੀ ਲੈ ਲਾ ਬਈ ਪ੍ਰਸ਼ਾਦ, ਮੈਂ ਵੀ ਜਾ ਕੇ ਪਹਿਲਾਂ ਤਾਂ ਮਨਾ ਕੀਤਾ। ਫਿਰ ਮੇਰੇ ਮਾਤਾ ਜੀ ਜਿਵੇਂ ਉਹ ਬੱਚਿਆਂ ਨੂੰ ਕੌੜੀ ਅੱਖ ਨਾਲ ਵੇਖਦੇ ਉਹਨਾਂ ਨੇ ਵੇਖਿਆ ਮੇਰੇ ਵੱਲ ਤਾਂ ਮੈਂ ਵੀ ਲਾਈਨ ਵਿੱਚ ਲੱਗ ਗਿਆ। ਹੌਲੀ-ਹੌਲੀ ਲਾਈਨ ਵੱਧਦੀ ਗਈ ਤਾਂ ਮੈਂ ਗੁਰੂ ਜੀ ਦੇ ਕੋਲ ਪਹੁੰਚਿਆ। ਗੁਰੂ ਜੀ ਨੇ ਮੈਨੂੰ ਵੇਖਿਆ ਤੇ ਗੁਰੂ ਜੀ ਕਹਿੰਦੇ, "ਹਾਂ ਵੀ ਸਾਹਮਣੇ ਆ ਗਿਆ?" ਮੈਂ ਕਿਹਾ, "ਹੋ ਸਕਦਾ ਹੈ ਕਿਸੇ ਨੇ ਦੱਸ ਦਿੱਤਾ ਹੋਵੇ।" ਫਿਰ ਮੈਂ ਇਹ ਸੋਚਿਆ ਗੁਰੂ ਜੀ ਨੇ ਕਿਸੇ ਨੇ ਦੱਸ ਦਿੱਤਾ ਹੋਣਾ ਤੇ ਗੁਰੂ ਜੀ ਨੇ ਇੱਕ ਹੱਥ ਨਾਲ ਮੈਨੂੰ ਲੱਡੂ ਦਿੱਤੇ। ਮੈਂ ਆਪਣੇ ਦੋਨੋਂ ਹੱਥ ਅੱਗੇ ਕੀਤੇ ਬਟ ਉਹ ਲੱਡੂ ਮੇਰੇ ਹੱਥ ਤੋਂ ਬਾਹਰ ਸੀ। ਜਦੋਂ ਮੈਂ ਕੁੜਤਾ ਪਜਾਮਾ ਪਾਇਆ ਸੀ, ਕੁੜਤੇ ਦਾ ਜਿਹੜਾ ਪੱਲਾ ਅੱਗੇ ਕੀਤਾ ਤੇ ਉਹ ਵੀ ਪੂਰਾ ਭਰ ਗਿਆ। ਦੈਟ ਵਾਸ ਔਨ 11th ਆਫ April ਤੇ ਗੁਰੂ ਜੀ ਨੇ ਉਹਦੇ ਮੈਨੂੰ ਕਿਹਾ, "ਤੂੰ ਮੇਰੇ ਕੋਲ ਜ਼ਰੂਰ ਆਏਂਗਾ ਵਿਸਾਖੀ ਵਾਲੇ।" ਤਾਂ ਮੈਂ 13 April ਨੂੰ ਤਾਂ ਉੱਥੇ ਪਹੁੰਚਣਾ ਹੀ ਪਹੁੰਚਣਾ ਸੀ ਬਟ ਆਈ ਵਾਸ ਸਰੈਂਡਰ ਕਿ ਮੈਨੂੰ ਕੌਣ ਹੈ ਮੇਰੇ ਸਾਹਮਣੇ। ਤਾਂ ਗੁਰੂ ਜੀ ਨੇ ਜਿਹੜੀ ਬੱਦੀ ਸੰਗਤ ਸੀ ਉਹਨਾਂ ਨਾਲ ਮੈਂ ਚਲਾ ਗਿਆ ਜੀ। ਜਿਉਂ ਮੈਂ ਉੱਥੇ ਪਹੁੰਚਿਆ ਮੈਂ ਲਾਈਨ ਵਿੱਚ ਲੱਗ ਗਿਆ ਤੇ ਡਾਕਟਰ ਪੁਨੀਤ ਬਜਾਜ ਅੰਦਰ ਸਨ, ਛਤਰਪੁਰ ਮੰਦਿਰ ਵਿੱਚ, ਮੰਦਿਰ ਦੇ ਅੰਦਰ, ਤੇ ਮੈਂ ਬਾਹਰ ਲਾਈਨ ਵਿੱਚ ਖੜਾ ਹਾਂ ਤੇ ਉੱਥੇ ਇੱਕ ਪੁਨੀਤ ਅੰਕਲ ਨੂੰ ਡਾਕਟਰ ਅਸ਼ਵਨੀ ਨੇ ਕਿਹਾ ਕਿ ਜਾਓ ਬਾਹਰ ਛਾਬੜਾ ਆਇਆ ਉਹਨੂੰ ਬੁਲਾ ਕੇ ਲਿਆਓ। ਤੇ ਡਾਕਟਰ ਪੁਨੀਤ ਭੱਜਦੇ ਮੇਰੇ ਕੋਲ ਆਏ, ਕਹਿੰਦੇ ਗੁਰੂ ਜੀ ਮਹਾਰਾਜ ਇਹ ਤੁਹਾਡਾ ਨਾਂ ਲਿੱਤਾ ਤੇ ਤੁਸੀਂ ਚੱਲੋ। ਮੈਂ ਅੰਦਰ ਗਏ ਜੀ, ਜੈਤੀ ਗੁਰੂ ਜੀ ਆਪਣੀ ਗੱਦੀ ਤੇ ਬੈਠੇ ਹੋਏ ਆ ਤੇ ਆਈ ਸਟਿਲ ਰਿਮੈਂਬਰ ਕਿ ਉੱਥੇ ਉਸ ਟਾਈਮ ਕੋਈ ਵੱਡੇ-ਵੱਡੇ ਬੰਦੇ ਜਿਵੇਂ ਮੇਰੇ ਖਿਆਲ ਸ਼ੀਲਾ ਦੀਕਸ਼ਿਤ ਸਨ, ਉਹਨਾਂ ਚੋਂ ਸਾਰੇ ਬੈਠੇ ਸੀ। ਗੁਰੂ ਜੀ ਨੇ ਉਹਨਾਂ ਨੂੰ ਕਿਹਾ ਦਫਾ ਹੋ ਜਾਓ, ਤੁਸੀਂ ਤਾਂ ਮੰਗਦੇ ਹੋ। ਤੇ ਗੁਰੂ ਜੀ ਨੇ ਮੈਨੂੰ ਕਿਹਾ ਤੂੰ ਬਹਿ ਜਾ ਭਾਈ। ਮੈਂ ਉੱਥੇ ਬੈਠ ਗਿਆ ਗੁਰੂ ਜੀ ਦੇ ਸਾਹਮਣੇ ਤੇ ਗੁਰੂ ਜੀ ਨੇ ਮੈਨੂੰ ਕਿਹਾ ਕੀ ਚਾਹੀਦਾ ਤੈਨੂੰ? ਐਸ ਪਰ ਮੈਂ ਕਿਹਾ ਕੁਛ ਨਹੀਂ ਚਾਹੀਦਾ ਮਹਾਰਾਜ। ਫਿਰ ਗੁਰੂ ਜੀ ਨੇ ਮੈਨੂੰ ਦੁਬਾਰਾ ਪੁੱਛਿਆ ਕੀ ਚਾਹੀਦਾ ਤੈਨੂੰ? ਮੈਂ ਕਿਹਾ ਕੁਛ ਨਹੀਂ ਚਾਹੀਦਾ ਮਹਾਰਾਜ। ਤੇ ਗੁਰੂ ਜੀ ਨੇ ਫਿਰ ਮੈਨੂੰ ਤੀਜੀ ਵਾਰ ਫਿਰ ਪੁੱਛਿਆ ਕੀ ਚਾਹੀਦਾ? ਮੈਂ ਕਿਹਾ ਗੁਰੂ ਜੀ ਮਹਾਰਾਜ ਰੱਬ ਦਾ ਨਾਂ ਦੇ ਦਿਓ, ਬਾਕੀ ਗੱਲ ਨਹੀਂ। ਗੁਰੂ ਜੀ ਨੇ ਮੈਨੂੰ ਉਸ ਟਾਈਮ ਕਿਹਾ ਜਾ ਐਸ਼ ਕਰ, ਬੁੱਲੇ ਲੁੱਟ, ਮਜ਼ੇ ਕਰ, ਜਿੱਡੇ ਮਜ਼ੇ ਕਰਨਾ ਚਾਹੁੰਦਾ ਕਰ। ਉਸ ਤੋਂ ਬਾਅਦ ਮੈਂ ਮਜ਼ੇ ਹੀ ਕਰ ਰਿਹਾ, ਹੋਰ ਕੁਛ ਨਹੀਂ ਕਰ। ਹੌਲੀ-ਹੌਲੀ ਇਨਕਲੇਸ਼ਨ ਵੱਧਦੀ ਗਈ ਤਾਂ ਅਸੀਂ 7 ਲੋਕੀ ਸੀ ਜਿਹੜੇ ਹਰ ਮਹੀਨੇ ਦੇ ਪਹਿਲੇ ਹਫ਼ਤੇ ਇੱਥੋਂ ਚੰਡੀਗੜ੍ਹ ਤੋਂ ਗੁਰੂ ਜੀ ਦੇ ਮੰਦਿਰ ਅੰਪਾਇਰ ਸਟੇਟ ਜਿੱਥੇ ਗੁਰੂ ਜੀ ਮਹਾਰਾਜ ਹੈਗੇ ਉੱਥੇ ਅਸੀਂ ਜਾਣਾ ਸ਼ੁਰੂ ਕਰ। ਅਸੀਂ 7 ਲੋਕ, ਡਾਕਟਰ ਪੁਨੀਤ ਬਜਾਜ, ਗੌਤਮ ਭਈਆ, ਡਾਕਟਰ ਯਸ਼ਪਾਲ, ਡਾਕਟਰ ਬਲਜੀਤ ਸਿੰਘ, ਡਾਕਟਰ ਨਾਥ ਤੇ ਮੈਂ ਖੁਦ, ਅਸੀਂ 7 ਬੰਦੇ ਇੱਥੋਂ ਇਨੋਵਾ ਕਰਕੇ ਹਰ ਸੈਟਰਡੇ, ਫਸਟ ਮੰਥ ਆਫ ਦ ਸੈਟਰਡੇ ਜਿਹੜਾ ਹੁੰਦਾ ਉੱਥੇ ਜਾਣਾ। ਹੌਲੀ-ਹੌਲੀ ਬਹੁਤ ਕੁਝ ਸਿੱਖਣ ਨੂੰ ਮਿਲਣਾ ਸ਼ੁਰੂ ਹੋ ਗਿਆ। ਅਸੀਂ ਜਾਣਾ। ਸਭ ਤੋਂ ਇੰਟਰਸਟਿੰਗ ਗੱਲ ਹੈ ਕਿ ਅਸੀਂ ਇੱਥੋਂ ਸਵੇਰੇ 6 ਵਜੇ ਸ਼ੁਰੂ ਹੋਈਏ ਤਾਂ ਵੀ ਅਸੀਂ 6 ਵਜੇ ਪਹੁੰਚਣਾ। ਜੇ ਅਸੀਂ ਇੱਥੋਂ 12 ਵਜੇ ਚੱਲੀਏ ਤਾਂ ਵੀ 6 ਵਜੇ ਪਹੁੰਚਣਾ। ਜੇ ਅਸੀਂ 1 ਵਜੇ ਚੱਲੀਏ ਤਾਂ ਵੀ 6 ਵਜੇ। ਅੱਜ ਤੱਕ ਉਹ ਸਾਨੂੰ ਗੱਲ ਸਮਝ ਨਹੀਂ ਆਈ ਕਿ ਸਾਡਾ ਜਿਹੜਾ ਟਾਈਮ ਸੀ ਦਿੱਲੀ ਪਹੁੰਚਣ ਦਾ ਗੁਰੂ ਜੀ ਦੇ ਦਰਬਾਰ ਵਿੱਚ ਉਹ 6 ਤੋਂ 6:30 ਦੇ ਵਿਚਕਾਰ ਕੀ ਸੀ। ਅਸੀਂ ਪਹੁੰਚਣਾ ਉੱਥੇ ਗੁਰੂ ਜੀ ਦੇ ਕਹਿਣਾ ਵਿਅਕਤੀ ਦਿੰਦਾ ਹੈ ਸਰਵਨਾਸ਼ ਆ ਗਏ, BDS ਆ ਗਏ, ਸਾਰੇ MDS ਆ ਗਏ, ਵੱਡੇ ਆ ਗਏ, ਲੋਕੀ ਉਹਨਾਂ ਨੂੰ ਅੰਦਰ ਬਿਠਾਓ। ਤੇ ਗੁਰੂ ਜੀ ਦੇ ਸੇਵਕ ਜੀ ਨੇ ਦਰਵਾਜ਼ਾ ਖੋਲ੍ਹਣਾ ਤੇ ਗੁਰੂ ਜੀ ਨੇ ਆਪਣੀ ਟੀ-ਸ਼ਰਟ ਔਰ ਟਰਾਊਜ਼ਰ ਵਿੱਚ ਆ ਕੇ ਜਿਹੜੇ ਗੁਰੂ ਜੀ ਦੀ ਅੰਪਾਇਰ ਸਟਰੀਟ ਵਿੱਚ ਗਏ ਹੈ ਉੱਥੇ ਇੱਕ ਛੋਟੀ ਜੀ ਸੋਫਾ ਜਿਹਾ ਉੱਤੇ ਗੁਰੂ ਜੀ ਨੇ ਬੈਠ ਤੇ ਗੁਰੂ ਜੀ ਨੇ ਫਿਰ ਸਾਨੂੰ ਸਾਰਿਆਂ ਨੂੰ ਕਦੀ ਕੁਛ ਕਹਿਣਾ, ਕਦੀ ਕੁਛ ਕਹਿਣਾ ਤੇ ਸਾਨੂੰ ਆਪਣੇ ਹੱਥੋਂ ਚਾਹ ਪਿਲਾ ਦੇਣੀ, ਕਦੀ ਪ੍ਰਸ਼ਾਦ ਖਿਲਾਣਾ। ਅਸੀਂ ਤਾਂ ਸੋਚਿਆ ਹੀ ਨਹੀਂ ਸੀ ਕਿ ਅਸੀਂ ਕਿਹਨਾਂ ਦੇ ਸਾਹਮਣੇ ਬੈਠੇ। ਹੌਲੀ-ਹੌਲੀ ਐਵੇਂ ਜਰਨੀ ਵੱਧਦੀ ਗਈ। ਫਿਰ ਐਜ਼ ਅ ਹਿਊਮਨ ਨੇਚਰ ਹਰ ਇਨਸਾਨ ਦੇ ਬੜੀ ਸਾਰੀ ਕਮੀਆਂ ਹੁੰਦੀਆਂ ਨੇ ਤੇ ਉਹ ਸਾਰੀਆਂ ਹਰਕਤਾਂ ਜਿਹੜੀ ਉਲਟੀ-ਉਲਟੀਆਂ ਕਰਨੀਆਂ ਸੀ ਉਹ ਸਾਰੀਆਂ ਕੀਤੀਆਂ ਮੈਂ ਬਿਲਕੁਲ ਸੱਚ ਕਹਿ ਰਿਹਾ। ਇਹ ਐਵੇਂ ਹੋਇਆ ਜੀ, ਮੈਂ ਇੱਕ ਵਾਰ ਸੰਗਤ ਤੇ ਜਾ ਰਹੇ ਸੀ। ਮੈਂ ਕਿਹਾ ਯਾਰ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਹੈ, ਮਾਂ-ਪਿਓ ਵੀ ਕਹਿੰਦੇ ਹੈ ਕਿ ਵੀ ਜਿੱਥੇ ਤੁਸੀਂ ਲੰਗਰ ਖਾਓ ਜ਼ਰੂਰ ਪੈਸੇ ਜ਼ਰੂਰ ਪਾਇਆ ਕਰੋ, ਠੀਕ ਹੈ ਜੀ। ਮੈਂ ਸੋਚਿਆ ਯਾਰ ਮੈਂ ਇਤਨੇ ਦੇਰ ਤੋਂ ਜਾ ਰਿਹਾ ਗੁਰੂ ਜੀ ਦੇ ਇੱਥੇ ਕੋਈ ਇਹ ਲੰਗਰ ਕਿਹਦੇ ਹੁੰਦਾ? ਗੁਰੂ ਜੀ ਮਹਾਰਾਜ ਇतना ਵੱਡਾ ਫੰਕਸ਼ਨ ਕਰਦੇ ਹੈ, ਲੱਖੋਂ ਬੰਦੇ ਐਸੇ ਆਉਂਦੇ ਜੀ, ਇਹ ਹੈ ਕਿ ਜਿਹੜਾ ਹੈ ਕੌਣ ਕਰਦਾ, ਕਿਵੇਂ ਹੁੰਦਾ? ਮੈਂ ਵੀ ਅੱਜ ਉੱਥੇ ਪੈਸੇ ਪਾ ਕੇ ਆਣੇ। ਮੈਂ ਚੱਲ ਪਿਆ ਜੀ। ਅਸੀਂ ਪਹੁੰਚੇ ਉੱਥੇ, ਗੁਰੂ ਜੀ ਨੇ ਐਜ਼ ਯੂਜੂਅਲ ਦਰਵਾਜ਼ਾ ਖੋਲ੍ਹਿਆ, ਅਸੀਂ ਅੰਦਰ ਜਾ ਕੇ ਬਹਿ ਗਏ, ਚਾਹ ਪਿਲਾਈ ਤੇ ਬਾਕੀ ਮੇਰੇ ਜਿਹੜੇ 6 ਸਾਥੀ ਸੀ ਉਹਨਾਂ ਨੂੰ ਤਾਂ ਗੁਰੂ ਜੀ ਮਹਾਰਾਜ ਨੇ ਹੇਠਾਂ ਬਿਠਾ ਦਿੱਤਾ। ਮੈਨੂੰ ਕਹਿੰਦੇ ਜਾ ਦਫਾ ਹੋ ਜਾ ਉੱਪਰ।
ਤੇ ਉੱਪਰ ਜੋ ਸੋਫੇ ਦੇ ਵਿਚਕਾਰ ਜਾ ਕੇ ਬਹਿ ਜਾ। ਜਦ ਤੁਸੀਂ ਗੁਰੂ ਜੀ ਦੇ ਸਾਹਮਣੇ ਬੈਠੇ ਹੋ ਸੀ, ਬਾਕੀ ਕੋਈ ਚੀਜ਼ ਸੁਣਦੀ ਹੀ ਨਹੀਂ ਸੀ। ਗੁਰੂ ਜੀ ਨੂੰ ਮਾਰਤੀ ਕਰਦੀ ਵਾ, ਤੁਸੀਂ ਦੇਖਦੇ ਰਹਿੰਦੇ ਸੀ ਤੇ ਕੁਛ ਨਹੀਂ, ਬਸ ਉਹਨਾਂ ਦਾ ਨੂਰ ਹੀ ਏਡਾ ਜ਼ਿਆਦਾ ਹੀ ਤੁਸੀਂ ਅੱਖ ਵਿੱਚ ਝਪਕ ਨਹੀਂ ਸਕਦੇ। ਖੁਸ਼ਬੂ ਆਉਂਦੀ ਤਾਂ ਜਿਹੜੀ ਉੱਥੇ ਗੁਰਬਾਣੀ ਚੱਲਦੀ ਸੀ ਉਹ ਕਦੀ ਸੁਣੀ ਨਹੀਂ ਸੀ। ਤੇ ਉਹਦੀ ਮੈਨੂੰ ਗੁਰੂ ਜੀ ਨੇ ਕਹਿ ਦਿੱਤਾ ਕਿ ਜਾ ਤੂੰ ਉੱਪਰ ਜਾ ਤੇ ਦੋ ਸੋਫੇ ਦੇ ਵਿਚਕਾਰ ਜਾ ਕੇ ਬਹਿ ਜਾ। ਇਹ ਸਾਰੇ ਨੀਚੇ ਬੈਠ ਗਏ ਜੀ, ਮੈਨੂੰ ਗੁਰੂ ਜੀ ਨੇ ਉੱਪਰ ਭੇਜਤਾ। That was the first time I listened to the ਗੁਰਬਾਣੀ ਆਓ। ਤੇ ਮੈਂ ਉਹ ਗੁਰਬਾਣੀ ਦਾ ਜਿਹੜਾ ਉਹ ਸੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਗੁਰਬਾਣੀ ਚੱਲ ਰਹੀ ਹੈ, ਗੁਰਬਾਣੀ ਚ ਹੈ ਕਿ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ, ਉੱਥੇ ਭਾਈ ਮਰਦਾਨਾ ਤੇ ਭਾਈ ਲਹਿਣਾ ਦੇ ਨਾਲ ਬੈਠੇ ਹੋਏ ਤੇ ਗੁਰੂ ਜੀ ਕਹਿੰਦੇ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਖੁਸ਼ਬੂ ਹੈ ਉਹ 300 ਮੀਲ ਤੱਕ ਜਾਂਦੀ ਸੀ। ਤੇ ਗੁਰੂ ਜੀ ਮਹਾਰਾਜ ਜੀ ਨੇ, ਮੈਂ ਉਹਦੀ ਗੁਰਬਾਣੀ ਸੁਣਿਆ, ਗੁਰੂ ਜੀ ਗੁਰੂ ਨਾਨਕ ਦੇਵ ਜੀ ਬੈਠੇ ਹੈ, ਇਹ ਆਪਣੀ ਉਹਨਾਂ ਨੇ ਸੰਗਤ ਲਾਈ ਹੋਈ ਹੈ ਤੇ ਕਰਤਾਰਪੁਰ ਦੀ ਜਿਹੜੀ ਜ਼ਿਮੀਦਾਰ ਦੀ ਵਾਈਫ ਹੈ ਉਹਨੂੰ ਗੁਰੂ ਜੀ ਮਹਾਰਾਜ ਜੀ ਦੀ ਖੁਸ਼ਬੂ ਪਹੁੰਚਦੀ ਤੇ ਉਹ ਖੁਸ਼ਬੂ ਦੇ ਪਿੱਛੇ ਪਿੱਛੇ ਉੱਥੇ ਪਹੁੰਚ ਜਾਂਦੀ ਹੈ। ਉੱਥੇ ਦੇਖਦੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਹੈ ਨਾ ਜੀ, ਜਿਹੜੇ ਆਪਣੇ ਦੂਜੇ ਸੱਚੇ ਪਾਤਸ਼ਾਹ ਬਣੇ, ਤੇ ਭਾਈ ਮਰਦਾਨਾ ਜੀ ਸੰਗੀਤਕਾਰ ਹੈ। ਤੇ ਉਹ ਪਹਿਲੀ ਵਾਰ ਜਾਂਦੀ ਹੈ, ਦੂਜੀ ਵਾਰ ਉਹ ਆਪਣੇ ਘਰੋਂ ਦੁੱਧ ਲੈ ਕੇ ਚਲੀ ਜਾਂਦੀ ਹੈ। ਦੁੱਧ ਲੈ ਕੇ ਉਹ ਸਾਹਮਣੇ ਰੱਖਦੀ ਹੈ ਤਾਂ ਗੁਰੂ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਉਹਦੇ 4 ਹਿੱਸੇ ਕਰਦੇ, ਇੱਕ ਭਾਈ ਲਹਿਣਾ ਵਾਸਤੇ, ਇੱਕ ਗੁਰੂ ਨਾਨਕ ਦੇਵ ਜੀ ਵਾਸਤੇ, ਇੱਕ ਭਾਈ ਮਰਦਾਨਾ ਵਾਸਤੇ ਤੇ ਇੱਕ ਲੈਂਡਲੋਰਡ ਲੇਡੀ। ਤੇ ਗੁਰੂ ਜੀ ਐਵੇਂ ਚੱਲਦਾ ਰਹਿੰਦਾ ਹੈ। 1 ਮਹੀਨਾ ਨਿਕਲ ਜਾਂਦਾ ਹੈ। ਮਹੀਨੇ ਬਾਅਦ as per our human tendencies and Indian scenarios, people start talking about the female ਕਿ ਤੇਰੀ ਤਾਂ ਜਿਹੜੀ ਘਰ ਵਾਲੀ ਹੈ ਉਹ ਤਾਂ ਬਾਬਿਆਂ ਦੇ ਪਿੱਛੇ ਚੱਲਦੀ। ਉਹ ਜ਼ਿਮੀਦਾਰ ਤੱਕ ਦੀ ਗੱਲ, ਤੇ ਜ਼ਿਮੀਦਾਰ ਤੇ ਗੱਲ ਪਹੁੰਚ ਜਾਂਦੀ ਹੈ ਤਾਂ ਹੌਲੀ ਹੌਲੀ ਜ਼ਿਮੀਦਾਰ ਕਹਿੰਦਾ ਮੈਂ ਵੀ ਦੇਖਣ ਜਾਵਾਂ। ਇੱਕ ਦਿਨ ਉਹ ਡਾਂਗ ਲੈ ਕੇ ਆਪਣੀ ਵਾਈਫ ਦੇ ਪਿੱਛੇ ਪਿੱਛੇ ਚਲਾ ਤੇ ਜ਼ਿਮੀਦਾਰ ਦੀ ਜਿਹੜੀ ਹੈ ਉਹ ਦੁੱਧ ਰੱਖਦੀ ਮਹਾਰਾਜ ਜੀ ਦੇ ਸਾਹਮਣੇ। ਮਹਾਰਾਜ ਜੀ ਉਹਦੇ 5 ਹਿੱਸੇ ਕਰ ਦਿੰਦੇ। ਉਹ ਫੀਮੇਲ ਸਰਪ੍ਰਾਈਜ਼ 5ਵਾਂ ਹਿੱਸਾ ਕਿਉਂ ਕੀਤਾ? ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਉਹ ਪਿੱਛੇ ਤੇਰਾ ਪਤੀ ਖੜਿਆ, ਉਹਨੂੰ ਬੁਲਾ ਲੈ। ਤੇ 5ਵਾਂ ਹਿੱਸਾ ਉਹਦਾ। ਗੁਰੂ ਜੀ ਮਹਾਰਾਜ ਨੂੰ ਬੁਲਾਉਂਦੇ ਤੇ ਜ਼ਿਮੀਦਾਰ ਹੁੰਦਾ, ਉਹ ਕਹਿੰਦਾ ਆ ਕੇ ਗੁਰੂ ਜੀ ਕਹਿੰਦੇ ਲੈ ਬਈ ਤੂੰ ਆਪਣਾ ਪ੍ਰਸ਼ਾਦ ਲੈ ਲੈ। ਤੇ ਜ਼ਿਮੀਦਾਰ ਕਹਿੰਦਾ ਮਹਾਰਾਜ ਇਹ ਜਿਹੜਾ ਦੁੱਧ ਦੱਧ ਹੈ ਇਹ ਤੁਹਾਡੇ ਫਕੀਰਾਂ ਵਾਸਤੇ, ਸਾਡੇ ਘਰ ਤਾਂ ਨਦੀਆਂ ਵਹਿੰਦੀਆਂ ਦੁੱਧ ਦੀਆਂ, ਅਸੀਂ 7 ਕੂਆਂ ਦੇ ਮਾਲਕ ਹੈ, ਸਾਨੂੰ ਕੋਈ ਕਮੀ ਨਹੀਂ ਹੈ, ਦੁੱਧ ਦੱਧ ਤੁਹਾਡੇ ਵਾਸਤੇ, ਸਾਡੇ ਵਾਸਤੇ ਨਹੀਂ। ਤੇ ਗੁਰੂ ਜੀ ਮਹਾਰਾਜ ਕਹਿੰਦੇ ਅਗਰ ਤੈਨੂੰ ਏਦਾਂ ਹੀ ਹੈ, ਜੇ ਤੂੰ ਐਵੇਂ ਕਰਦਾ, ਤੇਰੇ ਖੇਤਾਂ 'ਚ ਵੀ ਬਣਦੀ ਹੈ, ਤੇਰੇ ਤੇਰੇ ਕੋਲ ਸਖਤ ਨਹੀਂ ਹੈ, ਤੇ ਤੂੰ ਪਾਣੀ ਲਿਆ 1 ਜੱਗ ਮੇਰੇ ਵਾਸਤੇ। ਉਹ ਕਹਿੰਦਾ ਮਹਾਰਾਜ ਠੀਕ ਹੈ, ਇਹ ਵੀ ਕੋਈ ਵੱਡੀ ਗੱਲ ਹੈ। ਉਹ ਜਾਂਦਾ ਹੈ, ਪਹਿਲੇ ਆਪਣੇ ਪਹਿਲੇ ਕੂਏ ਤੇ ਜਾਂਦਾ, ਉਹਦੇ ਚੋਂ ਕੱਢਦਾ ਤਾਂ ਦੁੱਧ ਨਿਕਲਦਾ, ਦੂਜੇ ਵਿੱਚੋਂ ਕੱਢਦਾ ਦੁੱਧ ਨਿਕਲਦਾ, ਤੀਜੇ ਜਾਂਦਾ ਫਿਰ ਦੁੱਧ ਨਿਕਲਦਾ, ਫਿਰ ਰਾਵੀ ਦੇ ਕੰਢੇ ਜਾਂਦਾ ਉੱਥੇ ਭਰਦਾ ਫਿਰ ਵੀ ਦੁੱਧ ਨਿਕਲਦਾ। ਤੇ ਹਾਰ ਕੇ ਆ ਜਾਂਦਾ ਤੇ ਗੁਰੂ ਜੀ ਮਹਾਰਾਜ ਨੂੰ ਮੱਥਾ ਟੇਕਦਾ, ਮਹਾਰਾਜ ਇਹ ਤੋਂ ਗਲਤੀ ਹੋ ਗਈ, ਮੈਨੂੰ ਨਹੀਂ ਪਤਾ ਕਾਇਨਾਤ ਤੁਹਾਡੀ ਬਣਾਈ ਹੈ, ਦੁੱਧ ਵੀ ਤੁਹਾਡਾ ਤਾਂ ਪਾਣੀ ਨਹੀਂ ਤਾਂ ਇਹ ਗੱਲ ਹੋ ਜਾਂਦੀ ਹੈ। ਹੇਠਾਂ ਮੈਨੂੰ ਸੰਦੇਸ਼ਾ ਆਉਂਦਾ, ਮੈਂ ਹੇਠਾਂ ਗੁਰੂ ਜੀ ਕੋਲ ਪਹੁੰਚਦਾ ਤੇ ਗੁਰੂ ਜੀ ਮੈਨੂੰ ਪਤਾ ਕਹਿੰਦੇ ਹੈ ਪਤਾ ਚੱਲ ਗਿਆ ਲੰਗਰ ਕਿੱਥੋਂ ਆਉਂਦਾ। That was the first time I felt what he is. He himself is a whatever he wants he can create. It is our perception कि मैनू पैसा मिलिया, मैं ले लिया, मैं लंगर कराता, मैं संगत कराता, मैं कर दूंगा। ना कोई संगत करते हैं ना कराते हैं, वो आप ही आंदे हैं, आप ही करांदे, आप ही हुक्मनामा देंदे, आप ही सुनते, आप ही सुनाते सारे। सानू करना भी नहीं है कि कौन है गए, बस आशीर्वाद रहे उन्होंने। This was the one of the incidents like Saturday पहुंच जगह ਉੱਤੇ ਤੇ ਹਰ ਵਾਰੀ ਕੋਈ ਨਾ ਕੋਈ ਆ ਜਿਹਾ ਇੰਸੀਡੈਂਸ ਹੋਣਾ ਜਿਹੜਾ ਸਾਡੇ ਵਾਸਤੇ ਇੱਕ ਹਾਈ ਓਪਨਰ ਸੀ ਕਿ ਹਾਂ ਸੱਚੇ ਪਾਤਸ਼ਾਹ ਗੁਰੂ ਜੀ ਨੂੰ ਕੋਈ ਪੈਰਾਂ ਨੂੰ ਕੋਈ ਹੱਥ ਲਾਉਂਦਾ ਸੀ, ਕੋਈ ਕੁਝ ਕਹਿੰਦਾ ਸੀ। ਤਾਂ ਮੈਂ ਪਿੱਛੇ ਬੈਠਾ ਜੀ, ਮੈਂ ਕਿਹਾ ਯਾਰ ਇਹ ਕਿਆ ਟਾਈਮ ਹੋਗਾ, ਅੱਜ ਤੱਕ ਗੁਰੂ ਜੀ ਨੂੰ ਮੈਂ ਟੱਚ ਵੀ ਨਹੀਂ ਕੀਤਾ, ਗੁਰੂ ਜੀ ਦੀ ਫੀਲਿੰਗ ਨਹੀਂ। ਤਾਂ ਮੈਂ ਉੱਠਿਆ, ਜਦ ਅਸੀਂ ਲੰਗਰ ਕਰ ਲਿਆ, ਲੰਗਰ ਖਾਤੇ ਦੇ ਗੁਰੂ ਮਹਾਰਾਜ ਜੀ ਕੋਲ ਪਹੁੰਚੇ। ਗੁਰੂ ਜੀ ਨੇ ਤੇਰੇ ਮਨ ਵਿੱਚ ਫਤੂਰ ਬੜੇ ਉੱਠਦੇ, ਮੈਂ ਕੁਝ ਨਹੀਂ ਬੋਲਿਆ। ਫਿਰ ਗੁਰੂ ਜੀ ਨੇ ਪੈਰ ਅੱਗੇ ਕਰ ਲਿਆ, ਕਹਿੰਦਾ ਦੱਬ ਲੈ। ਤਾਂ ਮੈਂ ਜਦ ਗੁਰੂ ਜੀ ਦੇ ਪੈਰਾਂ ਨੂੰ ਹੱਥ ਲਾਇਆ ਪਹਿਲੀ ਵਾਰ, ਤਾਂ ਤੁਸੀਂ ਇਹ ਜਾਣੋ ਕਿ ਜਿਹੜੇ ਉਸ ਪੈਰ ਵਿੱਚ ਠੰਡਕ ਸੀ, ਜੇਕਰ ਮੈਂ ਕਹਦਾ 1000 ਫੀਜ਼ਰ ਵੀ ਲਾ ਲਓ ਤਾਂ ਉਹ ਵੀ ਉਸ ਪੈਰ ਨੂੰ ਗਰਮ ਹੋਣਗੇ। ਗੁਰੂ ਜੀ ਮਹਾਰਾਜ ਦੇ ਪੈਰ ਇਤਨੇ ਕੋਮਲ, ਇਤਨੇ ਠੰਡੇ, ਮੈਂ ਦੱਸ ਨਹੀਂ ਸਕਦਾ। ਔਰ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣ ਤੋਂ ਬਾਅਦ 1 ਮਹੀਨੇ ਤੱਕ ਮੇਰੇ ਅੱਖਾਂ ਵਿੱਚ ਗੁਲਾਬ ਦੀ ਖੁਸ਼ਬੂ ਨਹੀਂ ਗਈ। ਐਂਡ ਪੀਪਲ ਯੂਜ਼ਡ ਟੂ ਸੇ ਕਿ ਤੂੰ ਕਿਹੜਾ ਪਰਫਿਊਮ ਲਾਇਆ, ਮੈਂ ਕਿਹਾ ਗੁਰੂ ਜੀ ਮਹਾਰਾਜ ਜੀ ਦੇ ਪੈਰਾਂ ਨੂੰ ਹੱਥ ਲਾਇਆ, ਉਹਦੀ ਖੁਸ਼ਬੂ ਹੈ। ਤਾਂ ਅਸੀਂ ਕਈ ਵਾਰ ਸੋਚਣਾ ਕਿਉਂ ਨਾ ਅਸੀਂ ਚਾਰੋਂ ਗੁਰੂ ਜੀ ਦੇ ਉੱਥੇ ਜਦ ਲੰਗਰ ਹੁੰਦਾ ਸੀ ਤਾਂ ਉੱਥੇ ਪ੍ਰੇਅਰ ਕੀਤੀ, ਉਹਦੇ 4 ਲੋਕੀ ਬੈਠਦੇ ਸੀ
ਤੇ ਗੁਰੂ ਜੀ ਅਕਸਰ ਕਹਿੰਦੇ ਤੁਹਾਨੂੰ ਤੁਹਾਡੇ ਨਾਲ ਕਿਹੜਾ ਦੇਵੀ ਦੇਵਤਾ ਆ ਕੇ ਰੋਟੀ ਖਾ ਗਿਆ। ਤਾਂ ਆਪਾਂ ਸੋਚਣਾ ਕਿ ਅੱਜ ਆਪਾਂ ਚਾਰਾਂ ਦੋਸਤਾਂ ਨੇ ਮਿਲ ਕੇ ਖਾਣੀ ਰੋਟੀ। ਅੱਜ ਤੱਕ ਨਹੀਂ ਆਇਆ ਕਿ ਅਸੀਂ ਸੋਚਿਆ ਔਰ ਚਾਰੋਂ ਅਸੀਂ ਮਿਲ ਕੇ ਰੋਟੀ ਖਾ ਲਈ। ਪਤਾ ਨਹੀਂ ਕੌਣ ਕਿੱਥੇ ਆ ਕੇ ਬਹਿ ਜਾਂਦਾ ਸੀ। ਐਂਡ ਗੁਰੂ ਜੀ ਯੂਜ਼ਡ ਟੂ ਗਿਵ ਲੰਗਰ ਤੇ ਜੰਨਤ ਵਿੱਚ ਬੈਠ ਕੇ ਅਸੀਂ ਉਹ ਲੰਗਰ ਕਰਦੇ ਸੀ। ਕਦੀ ਗੁਰੂ ਜੀ ਨੇ ਮਿਰਚਾਂ ਦੀ ਚਟਨੀ ਖਵਾਉਣੀ, ਕਦੀ ਆਲੂ ਵੜੀ, ਕਦੀ ਉਹ ਅਲੱਗ ਹੀ ਸਵਾਦ, ਅਲੱਗ ਹੀ ਉਹਦਾ ਸਭ ਕੁਛ। ਕਈ ਵਾਰ ਗੁਰੂ ਜੀ ਨੇ ਇੱਕ ਵਾਰ ਲੰਗਰ ਖਵਾਉਣਾ, ਕਈ ਵਾਰ 5-5 ਵਾਰ ਲੰਗਰ ਖਵਾਉਣਾ, ਕਈ ਵਾਰ ਰਸਗੁੱਲੇ ਤਾਂ ਰਸਗੁੱਲੇ ਹੀ ਖਿਲਾਈ ਜਾਣੇ ਗੁਰੂ ਜੀ ਮਹਾਰਾਜ, ਕਦੀ ਜਲੇਬੀ ਜਲੇਬੀਆਂ ਹੀ ਖਿਲਾਈ ਜਾਣੀਆਂ। ਤਾਂ ਉਹ ਉਹਨਾਂ ਦੀ ਆਪਣੀ ਉਹ ਸੀ ਕਿ ਕੀ ਹੈਗੇ ਕੁਛ ਨਹੀਂ, ਐਵੇਂ ਹੀ ਜਰਨੀ ਚੱਲਦੀ ਰਹੇਗੀ। ਫਿਰ ਸਾਡਾ ਇੱਕ ਗੁਰੂ ਭਾਈ ਸੀ, ਉਹਨਾਂ ਦੇ ਭਰਾ ਦਾ ਵਿਆਹ ਸੀ ਮਲੇਰਕੋਟ। ਅਸੀਂ ਸਾਰੇ ਮਲੇਰਕੋਟਲੇ ਗਏ ਜੀ। ਤਾਂ ਮਲੇਰਕੋਟਲੇ ਪਹੁੰਚੇ, ਅਸੀਂ ਆਪਣੀ ਗੱਡੀ 'ਚ ਗਏ ਸੀ ਸਾਰੇ। ਉੱਥੇ ਗੁਰੂ ਜੀ ਦੀ ਕੋਈ ਬਹੁਤ ਪੁਰਾਣੀ ਸੌਂਗ ਜਿਹੜੀ ਮੋਸਟ ਆਈ ਵਿਲ ਸੇ ਦ ਬੈਸਟ ਸੰਗਤ ਉਹ ਵੀ ਸੀ। ਉਹਨਾਂ ਨੇ ਕਿਹਾ ਜੀ ਤੁਸੀਂ ਵੀ ਚੰਡੀਗੜ੍ਹ ਹੀ ਜਾਣਾ, ਮੈਂ ਵੀ ਚੰਡੀਗੜ੍ਹ। ਐਂਡ ਹੀ ਸਪੀਕਸ ਲਾਈਕ ਦੈਟ ਸਮਥਿੰਗ ਜਿਵੇਂ ਉਹਨਾਂ ਨੇ ਡਰਿੰਕ ਹੀ ਕੀਤਾ ਹੋਵੇ। ਤਾਂ ਮੇਰੇ ਨਾਲ ਗੌਤਮ ਭਈਆ ਸਨ ਤੇ ਮੇਰੀ ਵਾਈਫ ਵੀ ਮੇਰੇ ਨਾਲ ਸੀ। ਅਸੀਂ ਮੈਂ ਗੌਤਮ ਨੂੰ ਕਿਹਾ ਮੈਂ ਕਿਹਾ ਕੀ ਆ ਇਹਨਾਂ ਨੂੰ ਬਿਠਾ ਲਿਆ ਸਾਰੇ ਗੱਡੀ ਨਾ ਰਸਤੇ ਸਮੈਲ ਲੱਗ ਜਾਣੀ ਹੈ। ਤੂੰ ਚੰਗਾ ਨਹੀਂ ਕੀਤਾ ਯਾਰ। ਮੈਨੂੰ ਨਹੀਂ ਪਤਾ ਸੀ ਕਿ ਉਹ ਅਸ਼ਮੀ ਜਿਹੜੇ ਅੰਕਲ ਸਨ ਉਹ ਗੁਰੂ ਜੀ ਦੇ ਬਹੁਤ ਪੁਰਾਣੀ ਸੰਗਤ ਤੋਂ ਬੋਲਦੇ ਹੀ ਐਵੇਂ। ਤਾਂ ਮੈਂ ਬੈਠਾ ਲਿਆ। ਜਿਉਂ ਹੀ ਅਸੀਂ ਮਲੇਰਕੋਟਲੇ ਤੋਂ ਚੱਲੇ ਤੇ ਡੁਗਰੀ ਕ੍ਰਾਸ ਕੀਤਾ ਤੇ ਉਹਨਾਂ ਨੇ ਆਪਣੀ ਗੁਰੂ ਜੀ ਮਹਾਰਾਜ ਦੀ ਸੰਗਤ ਸੁਣਾਣੀ। ਉਹ ਜਦ ਉਹਨਾਂ ਨੇ ਸੰਗਤ ਸੁਣਾਣੀ ਸ਼ੁਰੂ ਕੀਤੀ, ਮੈਂ ਕਹਿ ਰਿਹਾ ਸੀ ਉਹ ਕਿ ਅਲਕੋਹਲ ਦੀ ਸਮੈਲ ਆਏ। ਉਹਨਾਂ ਨੇ ਅੱਜ ਤੱਕ ਸ਼ਾਇਦ ਜ਼ਿੰਦਗੀ ਡਰਿੰਕ ਵੀ ਨਹੀਂ ਕੀਤਾ ਹੋਣਾ। ਤੇ ਮੈਂ ਖੁਸ਼ਬੂ ਗੁਰੂ ਦੀ ਦੀ ਆਉਣੀ ਸ਼ੁਰੂ ਹੋ ਗਈ। ਉਹ ਗੱਡੀ ਅਸੀਂ ਕਦ ਸ਼ੁਰੂ ਕੀਤੀ ਔਰ ਪੰਚਕੂਲਾ ਪਹੁੰਚੇ ਪਤਾ ਨਹੀਂ ਚੱਲਿਆ। ਉਹ ਗੱਡੀ ਵਿੱਚ ਮੈਂ ਉਸ ਸੰਗਤ ਤੋਂ ਬਾਅਦ 1 ਹਫ਼ਤੇ ਤੱਕ ਕੋਈ ਪੈਟਰੋਲ ਨਹੀਂ ਪਵਾਇਆ, ਕੁਛ ਨਹੀਂ ਪਵਾਇਆ। ਗੱਡੀ ਆਪਣੇ ਆਪ ਹੀ ਚਲਦੀ ਰਹੀ। ਉਸ ਗੱਡੀ 'ਚ ਇਤਨੀ ਖੁਸ਼ਬੂ ਰਹੀ, ਇਤਨੀ ਖੁਸ਼ਬੂ ਰਹੀ, ਮੈਂ ਆਪ ਨੂੰ ਤੁਹਾਨੂੰ ਦੱਸੂੰ। ਉਹਦੇ 'ਚ ਫ੍ਰੈਗਰੈਂਸ ਨਾਲ ਭਰ ਗਈ ਸੀ। ਉਹ ਕਿਤਨੇ ਦਿਨ ਤੱਕ ਰਹੀ ਕੁਛ ਨਹੀਂ ਕਹਿ ਸਕਦਾ। ਹੌਲੀ 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 ਫਿਰ ਹੁਣ ਮੈਂ ਜਿਹੜੀ ਹੈ ਆਪਣੀ ਹਰਕਤਾਂ ਕੀਤੀਆਂ ਸੀ ਉਹਦਾ ਵੀ ਤਾਂ ਸੀ। 31 ਦਸੰਬਰ ਅਸੀਂ ਜਿਹੜੇ ਗੁਰੂ ਜੀ ਦੇ ਮੇਨ ਫੰਕਸ਼ਨ ਹੋ ਗਏ ਸਾਰੇ ਫੰਕਸ਼ਨਸ ਤੇ ਅਸੀਂ ਜਾਣਾ ਤੇ ਗੁਰੂ ਜੀ ਮਹਾਰਾਜ ਜੀ ਨੇ ਉਹ ਫੰਕਸ਼ਨਸ ਤੇ ਸਾਨੂੰ ਬੁਲਾਣਾ। ਉਸੇ ਸਾਲ ਦੇ 31 ਦਸੰਬਰ ਦੇ ਫੰਕਸ਼ਨ ਤੇ ਅਸੀਂ ਫਿਰ ਸਾਰੇ ਭੂਜੇ ਡੈਂਟਲ ਕਾਲਜ ਬੱਦੀ ਤੋਂ ਸਾਰੇ ਜਿਤਨਾ ਵੀ ਬੱਚੇ ਸੀਗੇ ਅਸ਼ਵਨੀ ਅੰਕਲ ਜਿਨ੍ਹਾਂ ਦੀ ਮੈਂ ਗੱਲ ਕੀਤੀ ਉਹ ਵੀ ਉੱਥੇ ਉਹ ਪਹੁੰਚੇ। ਮੈਂ ਦੇਖਿਆ ਉਹਨਾਂ ਨੂੰ ਇਹ ਉਹ ਕਹਿੰਦੇ ਡਾਕਟਰ ਸਾਹਿਬ ਤੁਸੀਂ ਵੀ ਆਏ ਹੋ? ਮੈਂ ਕਿਹਾ ਹਾਂਜੀ ਆਇਆ ਜੀ। ਮੈਂ ਪਹਿਲੇ ਹੀ ਬੜਾ ਆਪਣੇ ਆਪ ਤੇ ਉਹ ਸੀ। ਇਹ ਕਹਿੰਦੇ ਡਾਕਟਰ ਸਾਹਿਬ ਬਹੁਤ ਜ਼ਿਆਦਾ ਧੁੰਦ ਕੋਹਰਾ ਪਿਆ ਹੋਇਆ ਸੀ ਤੇ ਗੁਰੂ ਜੀ ਮਹਾਰਾਜ ਦਾ ਹੁਕਮ ਸੀ। ਫਿਰ ਉਹ ਕਹਿੰਦੇ ਕਰੋ ਜੀ ਐਵੇਂ ਕਰੋ ਤੁਸੀਂ ਵਾਈਫ ਮੇਰੇ ਨਾਲ ਮੇਰੀ ਗੱਡੀ 'ਚ ਮੈਂ ਗੱਡੀ ਇਕੱਲੀ ਚਲਾ ਕੇ ਲੈ ਜਾਊਂਗਾ। ਮੇਰੇ 2 ਛੋਟੇ ਬੱਚੇ ਨੇ ਤੇ ਵਾਈਫ ਹੈ, ਤੁਸੀਂ ਮੇਰੀ ਗੱਡੀ। ਮੈਂ ਤਾਂ ਚੰਗਾ ਜੀ ਮਹਾਰਾਜ। ਅਸੀਂ ਉਹਨਾਂ ਦੀ ਗੱਡੀ 'ਚ ਬੈਠ ਗਏ। ਹਾਲੇ ਛਤਰਪੁਰ ਮੰਦਿਰ ਤੋਂ ਅਸੀਂ ਮੇਨ ਰੋਡ ਤੇ ਸ਼ਾਇਦ ਬਸੰਤ ਪੁੰਜਿਆ ਉੱਥੇ ਪਹੁੰਚੇ। ਡਾਕਟਰ ਸਾਹਿਬ ਆਪ ਗੱਡੀ ਚਲਾ ਲਓ, ਮੈਂ ਜੋ ਹਾਈਵੇ ਆਏਗਾ ਉਹ ਨਹੀਂ ਤਾਂ ਉਸ ਤੋਂ ਅੱਗੇ ਕਰਕੇ ਤੂੰ ਗੱਡੀ ਆ। ਮੈਂ ਉਸ ਤੋਂ ਪਹਿਲਾਂ ਕਦੀ ਰਾਤ ਨੂੰ ਧੁੰਦ 'ਚ ਗੱਡੀ ਨਹੀਂ ਚਲਾਈ ਸੀ। ਇਤਨੀ ਜ਼ਿਆਦਾ ਫੌਗ ਸੀ, ਇਤਨੀ ਜ਼ਿਆਦਾ ਫੌਗ ਸੀ ਕਿ ਮੈਂ ਗੱਡੀ ਦਾ ਬੋਨਟ ਵੀ ਨਹੀਂ ਦੇਖ ਸਕਦਾ ਸੀ, ਇਤਨੀ ਜ਼ਿਆਦਾ ਧੁੰਦ ਸੀ। ਤੇ ਮੈਂ ਕਦੀ ਅੱਜ ਤੱਕ ਗੱਡੀ ਕੋਈ ਨਹੀਂ ਚਲਾਈ ਨਹੀਂ ਸੀ। ਉਹਨਾਂ ਨੇ ਓਕਾ ਜੀ ਨੇ ਕਿਹਾ ਜੀ ਡਾਕਟਰ ਸਾਹਿਬ ਤੁਸੀਂ ਚਲਾਓ। ਤੇ ਉਹਨਾਂ ਨੇ ਮੈਨੂੰ ਗੱਡੀ ਫੜਾਈ, ਦੂਈ ਗੱਡੀ ਫੜਾਈ। ਨਾਰਮਲੀ ਮਾਈ ਵਾਈਫ ਸਿਟਸ ਬਾਈ ਮਾਈ ਸਾਈਡ ਐਂਡ ਨੈਵਰ ਸਲੀਪਸ ਵੈਨ ਆਈ ਡਰਾਈਵ। ਉਹ ਦਿਨ ਉਹ ਪਿੱਛੇ ਬੈਠ ਗਏ ਜੀ, ਮੈਂ ਅੱਗੇ ਤੇ ਮੇਰੀ ਵਾਈਫ ਅੱਗੇ ਤੇ ਉਹਨਾਂ ਨੇ ਗੱਡੀ ਮੈਨੂੰ ਦੇ ਦਿੱਤੀ। ਤੇ ਉਹ ਗੱਡੀ ਮੈਂ ਦਿੱਲੀ ਤੋਂ ਚਲਾਣੀ ਸ਼ੁਰੂ ਕੀਤੀ ਇਤਨੀ ਫੌਗ ਵਿੱਚ ਕਿ ਮੈਨੂੰ ਕੁਛ ਨਹੀਂ ਪਤਾ ਕੀ ਹੈ। ਮੈਂ ਵੀ ਕੁਛ ਨਹੀਂ ਕੀਤਾ। ਮੈਂ ਗੁਰੂ ਜੀ ਇਹ ਜਿਹੜੀ ਮੈਂ ਉਹ ਗੱਲ ਕਹੀ ਸੀ ਉਹਨਾਂ ਬਾਰੇ ਉਹਦੇ ਕਰਕੇ ਜਿਹੜੀ ਤੁਸੀਂ ਮੈਨੂੰ ਸਿੱਖ ਦੇ ਰਹੇ ਹੋ ਤਾਂ ਮੈਂ ਗੱਡੀ ਇਕੱਲੀ ਚਲਾਈ ਜੀ। ਉਹਨੂੰ ਚਲਾਉਣ ਵਾਲੇ ਵੀ ਗੁਰੂ ਜੀ ਮਾਰੇ ਜੀ ਸਨ। ਮੈਨੂੰ ਨਹੀਂ ਪਤਾ ਗੱਡੀ ਕਿਵੇਂ ਚੱਲੀ, ਕਿਵੇਂ ਪਹੁੰਚੇ। ਅਸੀਂ ਪਹੁੰਚ ਗਏ ਜੀ ਕਰਨਾਲ। ਕਰਨਾਲ ਪਿੱਛੋਂ ਅੰਕਲ ਜੀ ਮੈਨੂੰ ਹੱਥ ਮਾਰ ਰਹੇ ਡਾਕਟਰ ਸਾਹਿਬ ਕਿੱਥੇ ਪਹੁੰਚੇ? ਮੈਂ ਕਿਹਾ ਜੀ ਕਰਨਾਲ ਪਹੁੰਚ ਗਏ। ਕਹਿੰਦੇ ਚਲੋ ਚਾਹ ਪੀ ਲੈਂਦੇ। ਮੈਂ ਕਿਹਾ ਹਾਂਜੀ ਚਾਹ ਪੀ ਲੈਂਦੇ ਜੀ, ਜ਼ਰੂਰ ਪੀ ਲੈਂਦੇ। ਕਹਿੰਦੇ ਮੈਂ ਕਿਹਾ ਜੀ ਚਲੋ ਮੈਂ ਥੋੜਾ ਜਿਹਾ ਫਰੈਸ਼ ਹੋ ਕੇ ਨਾ ਤੁਸੀਂ ਬੈਠ ਜਾਓ। ਉਹ ਅੰਕਲ ਜੀ ਗੱਡੀ ਦੇ ਉੱਤੇ ਬੈਠ ਗਏ ਸਟੀਅਰਿੰਗ ਦੇ ਉੱਤੇ ਹੀ ਉਹ ਸੋ ਗਏ ਜੀ। ਤੇ ਸਟੀਅਰਿੰਗ ਉੱਤੇ ਉਹ ਪੂਰਾ ਹੌਰਨ ਵੱਜ ਰਿਹਾ ਜੀ, ਉਹ ਸੋਏ ਹੋਏ ਆ। ਮੈਂ ਵਾਸ਼ਰੂਮ ਤੋਂ ਆ ਕੇ ਉਹਨਾਂ ਨੂੰ ਦੇਖਿਆ। ਮੈਂ ਕਿਹਾ ਜੀ ਗੁਰੂ ਜੀ ਮਹਾਰਾਜ ਜੀ ਦਾ ਹੁਕਮ ਹੈ ਗੱਡੀ ਮੈਂ ਹੀ ਚਲਾਉਣੀ ਅੱਜ। ਉੱਥੋਂ ਫਿਰ ਫੌਗ ਪੂਰੀ ਜੀ, ਉੱਥੋਂ ਲੈ ਕੇ ਅੰਬਾਲਾ ਤੱਕ ਡੈਂਸ ਫੌਗ ਇਤਨੀ ਕਿ ਮੈਨੂੰ ਕੁਛ ਨਹੀਂ ਦਿਖ ਰਿਹਾ। ਫਿਰ ਮੈਂ ਉਹਨਾਂ ਕਿਹਾ ਜੀ ਗੁਰੂ ਜੀ ਆਪ ਹੀ ਗੱਡੀ ਚਲਾਓ, ਮੈਂ ਤਾਂ ਚਲਾ ਦੂੰਗੀ, ਮੈਨੂੰ ਚਲਾਣੀ। ਗੁਰੂ ਜੀ ਨੇ ਉਹ ਫਿਰ ਗੱਡੀ ਚਲਾਈ। ਸਡਨਲੀ ਅੰਬਾਲਾ ਵੈਨ ਵੀ ਰੀਚਡ ਹਾਈਵੇ ਅੰਬਾਲਾ ਟੱਚ ਕੀਤਾ।
ਪੂਰੀ ਧੁੱਪ ਨਿਕਲੀ ਜੀ ਹਨ ਤੇ ਅਸ਼ਵਨੀ ਅੰਕਲ ਕਹਿੰਦੇ ਲਿਆਓ ਬੇਟੇ ਮੈਂ ਰੈਡੀ ਤੁਸੀਂ ਥੱਕੇ ਹੋਣੇ ਜਿਹੜਾ ਗੁਰੂ ਜੀ ਨਾਲ ਜੁੜ ਗਿਆ ਉਸ ਤੋਂ ਬਰਾਬਰ ਤੇ ਗੁਰੂ ਜੀ ਅਕਸਰ ਕਹਿੰਦੇ ਸਨ ਕਿ ਵਕਤ ਆਏਗਾ ਜਦ ਲਾਈਨਾਂ ਲੱਗਣਗੀਆਂ ਤਾਂ ਤੁਹਾਨੂੰ ਪਤਾ ਚੱਲੂਗਾ ਜੀ ਗੁਰੂ ਜੀ ਸਨ ਕੌਣ ਅੱਜ ਤਾਂ ਤੁਸੀਂ ਐਸ਼ ਕਰ ਰਹੇ ਹੋ ਕਦੀ ਮੇਰੇ ਨਾਲ ਗੱਲਾਂ ਮਾਰ ਰਹੇ ਹੋ ਕਦੀ ਮੇਰੇ ਨਾਲ ਕੁਝ ਕਰ ਲੈਂਦੇ ਹੋ ਕਰ ਲੈਂਦੇ ਹੋ ਮੈਂ ਇਹੋ ਜੀ ਬਹੁਤ ਸਾਰੀ ਗੱਲਾਂ ਕੀਤੀਆਂ ਜਿਹੜੀਆਂ ਨਾ ਇੱਕ ਨਿਆਣਾ ਆਪਣੇ ਮਾਪਿਆਂ ਨਾਲ ਕਰਦਾ ਰਹੇ ਬੰਦੇ ਨੂੰ ਹਰ ਇੱਕ ਨੂੰ ਲਾਲਚ ਤਾਂ ਹੁੰਦਾ ਹੀ ਹੈ ਜੀ ਜਿਸੇ ਕਿ ਹਰ ਸੈਟਰਡੇ ਜਾਂਦੇ ਸੀ ਤਾਂ ਗੌਤਮ ਭਈਆ ਦਾ ਬਰਥਡੇ ਸੀ 16 ਦਸੰਬਰ ਇੱਕ ਐਨਆਰਆਈ ਪੇਸ਼ੈਂਟ ਆ ਗਿਆ ਜੀ ਹੁਣ ਐਨਆਰਆਈ ਪੇਸ਼ੈਂਟ ਹੈ ਤਾਂ ਲਾਲਚ ਤਾਂ ਹੁੰਦਾ ਹੀ ਹੈ ਬੰਦੇ ਨੂੰ ਪੈਸੇ ਕਮਾ ਲਈਏ ਥੋੜੇ ਜਿਹੇ ਜ਼ਿਆਦਾ ਐਨਆਰਆਈ ਪੇਸ਼ੈਂਟ ਹੈ ਤਾਂ ਗੌਤਮ ਭਈਆ ਨੇ ਕਿਹਾ ਕਿ ਅਸੀਂ ਜਾਣਾ ਹੈ ਮੈਂ ਕਿਹਾ ਯਾਰ ਮੈਂ ਇਸ ਵਾਰ ਨਹੀਂ ਜਾ ਪਾ ਕਹਿੰਦੇ ਕੀ ਹੋ ਗਿਆ ਮੈਂ ਉਹਨਾਂ ਨੂੰ ਦੱਸਿਆ ਨਹੀਂ ਕਿ ਇੱਕ ਐਨਆਰਆਈ ਪੇਸ਼ੈਂਟ ਹੈ ਮੇਰੇ 30-40 ਹਜ਼ਾਰ ਰੁਪਇਆ ਬਣ ਜਾਣਾ ਹੈ ਮੈਨੂੰ ਕੀ ਪਤਾ ਸੀ ਸੱਚੇ ਪਾਤਸ਼ਾਹ ਦਾ ਸਾਹਮਣੇ ਸਭ ਕੁਝ ਪਤਾ ਹੋਣਾ ਮੈਂ 16 ਦਸੰਬਰ ਨੂੰ ਨਹੀਂ ਜਿਉਂ ਹੀ ਮੈਂ ਐਨਆਰਆਈ ਪੇਸ਼ੈਂਟ ਦੀ ਸਰਜਰੀ ਕਰਨ ਲੱਗ ਪਿਆ ਤੇ ਇਹ ਸਾਰੇ ਚ ਤਾਂ ਉਹ ਦਿਨ ਗੁਰੂ ਜੀ ਜਿਉਂ ਹੀ ਦਰਵਾਜ਼ਾ ਖੋਲਿਆ ਗੁਰੂ ਜੀ ਮਹਾਰਾਜ ਜੀ ਨੇ ਗੁਰੂ ਜੀ ਨੇ ਨਾ ਕਿਹਾ ਵੀ ਪੁੱਛਿਆ ਸ਼ਾਵਲਾ ਨਹੀਂ ਆਇਆ ਨਾ ਐਂਡ ਫਰਮ देयर द हॉस्पिटल कॉल्ड हिम ਕਿ ਗੁਰੂ ਜੀ ਨੇ ਤੇਰਾ ਨਾਂ ਲਿਖਤਾ ਸੀ ਤੇ ਗੁਰੂ ਜੀ ਨੇ ਕਿਹਾ ਸੀ ਅੱਜ ਉਹਨੂੰ ਕੋਈ ਦੇਣਾ ਸੀ ਐਂਡ ਸਟਿਲ ਆਈ ਰਿਪੈਂਟ ਲਾਰ ਵਾਈ ਆਈ ਵੈਂਟ ਟੂ ਟੈਲ ਫॉर ਸੱਚ ਅ ਸਟੂਪਿਡ ਥਿੰਗ ਮੈਨੂੰ ਤਾਂ ਵੀ ਇਹ ਯਾਦ ਨਹੀਂ ਰਿਹਾ ਕਿ ਸੱਚੇ ਪਾਤਸ਼ਾਹ ਦੇ ਰਿਹਾ ਤੇ ਮੈਂ ਲੈਣਾ ਫਿਰ ਵੀ ਮੈਂ ਉਹ ਮਟੀਰੀਅਲਿਸਟਿਕ ਚੀਜ਼ ਪੈਸੇ ਪਿੱਛੇ ਮੈਂ ਇੱਕ ਗੁਰੂ ਜੀ ਦੀ ਸੰਗਤ ਨੂੰ ਅਟੈਂਡ ਨਹੀਂ ਕਰ ਪਾਇਆ ਗੁਰੂ ਜੀ ਨੇ ਮੇਰਾ ਨਾਂ ਵੀ ਲਿਖਤਾ ਉਸ ਤੇ ਗੁਰੂ ਜੀ ਨੇ ਪੁੱਛਿਆ ਆਇਆ ਨਹੀਂ ਸਾਡਾ ਤਾਂ ਆਈ ਰਿਪੈਂਟ ਦੈਟ ਸੋ what I have learned is कि being a materialistic will make you more away from गुरु जी ਨੂੰ ਕੁਝ ਨਹੀਂ ਕਹਾਇਆ ਗੁਰੂ ਜੀ ਤਾਂ ਸਿਰਫ ਕਹਿੰਦੇ ਆ ਜਾਓ ਤੇ ਐਸ਼ ਕਰੋ ਮਰੀ ਕਰੋ ਸਭ ਕੁਝ ਕਰੋ ਜੇ ਅਗਰ ਹੁਕਮ ਹੈ ਉਹ ਵਾਲਾ ਕਰੋ ਉਹਦੇ ਵਿੱਚ ਹੀ ਭਲਾ ਹੈ ਬਾਕੀ ਵਿੱਚ ਭਲਾ ਹੈ ਜਾਂ ਨਹੀਂ ਤਾਂ ਨਾਰਮਲੀ ਮੈਂ ਦੁਪਹਿਰੇ ਕਦੀ ਸੌਂਦਾ ਨਹੀਂ ਤਾਂ ਉਸ ਟਾਈਮ ਮੈਂ ਆ ਕੇ ਸੋਇਆ ਸ਼ਾਮ ਦੁਪਹਿਰੇ ਮੈਂ ਕਾਲਜ ਤੋਂ ਆਇਆ ਔਰ ਸੋ ਗਿਆ ਤੇ ਮੈਨੂੰ ਸੁੱਤਾ ਗੁਰੂ ਜੀ ਨੇ ਆਪ ਉਠਾਇਆ चिंता ना करी मैं बैठ आई डोंट अंडरस्टैंड मैं चलो ठीक है महाराज जी ने बोलिया है चिंता ना करी मैं बैठा तो ठीक है इन द इवनिंग आई वाज डूइंग अ पेशेंट तो मैंने एक अननोन नंबर तो कॉल आंदा कि ਤੁਹਾਡੇ ਫਾਦਰ ਸਾਹਿਬ ਦਾ ਐਕਸੀਡੈਂਟ ਹੋ ਮੈਂ ਉੱਥੋਂ ਹੀ ਗੱਡੀ ਉਤਰਿਆ ਜੂ ਮੈਂ ਆ ਕੇ ਉੱਤਰਿਆ ਗੱਡੀ ਤੇ ਗੁਰੂ ਜੀ ਮਹਾਰਾਜ ਮੇਰੀ ਡਰਾਈਵਰ ਸੀਟ ਤੇ ਬੈਠਾ ਤੇ ਮੈਂ ਕਿਹਾ ਗੁਰੂ ਜੀ ਕਹਿੰਦੇ ਚਿੰਤਾ ਨਾ ਚੱਲ ਮੈਂ ਗੁਰੂ ਜੀ ਹੈਗੇ ਤਾਂ ਸਭ ਕੁਝ ਹੈ ਮੈਨੂੰ ਨਹੀਂ ਪਤਾ ਫੋਨ ਕਿਨੇ ਕੀਤਾ ਉਹ ਵੀ ਮਹਾਰਾਜ ਜੀ ਨੇ ਕੀਤਾ ਹੋਣਾ ਤਾਂ ਉਹਨਾਂ ਨੇ ਕਰਕੇ ਮੈਨੂੰ ਉੱਥੇ ਲੈ ਗਏ ਮੈਂ ਉੱਥੇ ਪਹੁੰਚਿਆ ਕਾਫੀ ਸਾਰੇ ਲੋਕੀ ਖੜੇ ਸਨ ਮੈਨੂੰ ਗੁਰੂ ਜੀ ਕਹਿੰਦੇ ਜਾ ਮੈਂ ਕਿਹਾ ਗੁਰੂ ਜੀ ਪਿਛਲੀ ਸੀਟ ਤੇ ਚਲੇ ਗਏ ਮੇਰੇ ਫਾਦਰ ਸਾਹਿਬ ਬਿਲਕੁਲ ਡਿਸਓਰੀਐਂਟਡ ਉਹਨਾਂ ਨੂੰ ਕੋਈ ਪਤਾ ਨਹੀਂ ਕੁਝ ਨਹੀਂ ਪਤਾ ਪ੍ਰੋਫਿਊਜ਼ਲੀ ਬਲੀਡਿੰਗ ਫਰਮ ਈਅਰ ਐਂਡ ਨੋਜ਼ ਕੋਈ ਕਹਿੰਦਾ ਇਸ ਨਰਸਿੰਗ ਹੋਮ ਚ ਲੈ ਜਾਓ ਕੋਈ ਕਹਿੰਦਾ ਇਸ ਨਰਸਿੰਗ ਗੁਰੂ ਜੀ ਨੇ ਪਿੱਛੋਂ ਮੈਨੂੰ ਕਿਹਾ ਕਿ 32 ਸੈਕਟਰ ਲੈ 32 ਸੈਕਟਰ ਮਹਾਰਾਜ ਕਿਤੇ ਹੋਰ ਲੈ ਜਾਂਦੇ ਕਹਿੰਦੇ ਨਾ ਤੇਰੇ ਦੋਸਤ ਹੈ ਉੱਥੇ ਉਹਨਾਂ ਨੂੰ ਫੋਨ ਕਰ ਕਦੇ ਨਾ ਹੀ ਕਾਲਡ them ਮੈਂ ਪਹੁੰਚ ਗਿਆ ਜੀ 32 ਸੈਕਟਰ ਪਹੁੰਚਿਆ I need a radiologist ਮੈਨੂੰ ਪਤਾ ਵੀ ਨਹੀਂ ਸੀ ਕਿ ਮੇਰੇ ਇੱਕ ਫਰੈਂਡ ਰੇਡੀਓਲੋਜਿਸਟ ਨੂੰ ਤੇ ਜੁਆਇਨ ਕੀਤਾ ਹੀ ਵਾਸ ਕੈਂਪ ਮੈਂ ਪਹੁੰਚਿਆ ਐਮਰਜੈਂਸੀ ਚ ਉਹਨਾਂ ਨੇ ਫਟਾਫਟ ਲੱਗ ਕੀਤਾ ਸਭ ਕੁਝ ਕੀਤਾ EMT ਵਾਲੇ ਦਾ ਕੰਮ ਸੀ ਨੋਜ਼ ਔਰ ਈਅਰ ਤੋਂ ਉਹਨੇ ਦੇਖਿਆ ਕਹਿੰਦਾ ਨਥਿੰਗ ਹੈ ਚੋਟ ਲੱਗੀ ਉਹਦੇ ਕਰਕੇ ਬਲੀਡ ਮੈਨੂੰ ਸਮਝ ਆ ਗਿਆ ਜਿਹਨੂੰ EMT ਉਸ ਦਿਨ 32 ਸੈਕਟਰ ਵਿੱਚ ਕੋਈ ਵੀ MRI ਨਹੀਂ ਇੱਕ ਵੀ MRI ਨਹੀਂ ਮਸ਼ੀਨ ਨਹੀਂ ਚੱਲਦੀ ਸੀ ਗੁਰੂ ਜੀ ਨੇ ਕਿਹਾ MRI ਕਰੋ ਉਹ ਮੇਰੇ ਫਰੈਂਡ ਨੇ MRI ਕਹਿੰਦੇ ਚਲਾ ਕੋ ਸੀ MRI ਹੋ ਗਿਆ ਕਿ ਮੈਨੂੰ ਡਰ ਸੀ ਕਿ ਕੋਈ ਸਿਰ ਤੇ ਚੋਟ ਨਾ ਲੱਗੀ ਹੋਵੇ MRI was absolutely clear. Now I was surprised why orthopedic something is being called by गुरु जी ने मैंने किया कि मोल्डेड एक्सरे कराया कॉलर बोन वाज फ्रैक्चर देन आई काउंट नो दैट गुरु जी महाराज जी ने ऑर्थोपेडिक ट्यूब लाया गुरु जी महाराज ने क्या कि वो कहने कि हैवी हो जाएगा गुरु जी ने क्या ऑपरेट वेट वाज दिस विल हैपन ऑन 5th of September वो सब अरेंज की अपन कल कर देंगे जी गुरु जी ने क्या नहीं 7 ਨੂੰ ਕਹਾਂਗੇ ਤੇਰੇ ਮੈਰਿਜ on 7th on 6th we prepared all the things but somehow on 6th was not operated the doctor said head of the department said doctor ਕਰਦਾ ਨਹੀਂ ਕੋਈ ਪ੍ਰੋਬਲਮ ਇਹ ਅੱਧੇ ਘੰਟੇ ਦਾ ਕੰਮ ਹੈ but ਨਹੀਂ ਹੋਣਾ ਸੀ ਕਿ ਗੁਰੂ ਜੀ ਨੇ ਸਭ ਕੀ ਕਿਹਾ ਤੇ 7 ਤਰੀਕ ਨੂੰ 12 ਵਜੇ ਉਹ ਲੈ ਕੇ ਗਏ ਤੇ 12:30 ਪੌਣੇ 1 ਜਾਂ 2 1 ਵਜੇ ਤੱਕ ਪਾਪਾ ਦਾ ਕਾਲਰ ਦਾ ਆਪਰੇਸ਼ਨ ਹੋ ਕੇ ਬਾਹਰ ਵੀ ਆ ਗਏ ਇਹ ਤਾਂ ਗੁਰੂ ਜੀ ਨੇ ਹੀ ਡਿਸਾਈਡਡ ਕੀਤਾ ਮੈਂ ਤਾਂ ਗੁਰੂ ਜੀ ਹੈਗੇ ਫਿਰ ਤਾਂ ਜ਼ਿੰਦਗੀ 'ਚ ਹੋਰ
ਕੁਝ ਲੋੜ ਹੀ ਨਹੀਂ। ਮੈਂ ਇਸੀ ਨੋਟ ਨਾਲ ਸਾਰੀ ਪਰਿਵਾਰ ਸੰਗਤ ਦਾ ਸ਼ੁਕਰੀਆ ਕਰਨਾ ਚਾਹਾਂਗਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਆਪਣੀ ਸੰਗਤ ਸੁਣਾਉਣ ਦਾ।